हाँ जी स्टूडेंट्स, असी एग्जामिनेशन रिफॉर्म्स वाला चैप्टर शुरू करांगे जिहदे विच सब तो पहला क्वेश्चन साडा हैगा फ्लैक्सीबिलिटी इन एग्जामिनेशन सिस्टम। एग्जामिनेशन सिस्टम आ जिहड़ा ਪ੍ਰੀਖਿਆਵਾਂ ने ਜਿਹੜੀਆਂ ਉਹਨਾਂ ਦੇ ਵਿੱਚ ਲਚਕੀਲਾਪਣ। ਤਾਂ ਸਭ ਤੋਂ ਇਹਦੇ ਵਿੱਚ ਦੋ ਗੱਲਾਂ ਨੇ ਜਿਹਦੇ ਵਿੱਚ ਪਹਿਲੀ ਗੱਲ ਹੈਗੀ ਨੀਡ ਆਫ ਫਲੈਕਸੀਬਿਲਿਟੀ ਇਨ ਐਗਜ਼ਾਮੀਨੇਸ਼ਨ ਸਿਸਟਮ। ਅਸੀਂ ਜਾਣਦੇ ਹਾਂ ਕਿ ਸਾਡੀ ਐਜੂਕੇਸ਼ਨ ਹੈ ਜਿਹੜੀ ਬੜੀ ਸਟਰੋਂਗ ਆ ਇੰਡੀਅਨ ਐਜੂਕੇਸ਼ਨ, ਪਰ ਜੇ ਅਸੀਂ ਦੇਖੀਏ ਤਾਂ ਸਾਡਾ ਐਗਜ਼ਾਮੀਨੇਸ਼ਨ ਸਿਸਟਮ ਆ ਜਿਹੜਾ ਮੁਲਾਂਕਣ ਦਾ ਜਿਹੜਾ ਸਾਡਾ ਤਰੀਕਾ ਹੈ ਉਹ ਕਿਤੇ ਨਾ ਕਿਤੇ ਫਾਲਟੀ ਆ। ਸਾਰਾ ਸਾਲ ਅਸੀਂ ਪੇਪਰ ਦੀ ਉਡੀਕ ਕਰਦੇ ਹਾਂ, ਸਾਰਾ ਸਾਲ ਜਿਹੜਾ ਇਹ ਪੜ੍ਹਾਈ ਕਰਦੇ ਹਾਂ ਜਾਂ 6 ਮਹੀਨੇ ਪੜ੍ਹਾਈ ਕਰਦੇ ਉਸ ਤੋਂ ਬਾਅਦ ਸਾਡੀ ਐਗਜ਼ਾਮੀਨੇਸ਼ਨ ਹੁੰਦੀ ਹੈ ਜਿਹੜੀ ਸਾਡੀ ਨੌਲੇਜ ਨੂੰ ਟੈਸਟ ਕਰਨ ਲਈ ਹੁੰਦੀ ਹੈ। ਤਾਂ ਇਸ ਤਰ੍ਹਾਂ ਨਾਲ ਸਾਡਾ ਸਿਸਟਮ ਚੱਲਦਾ ਹੈ, ਪਰ ਇਹਦੇ ਵਿੱਚ ਮਾਡਰਨ ਜ਼ਮਾਨੇ ਦੇ ਨਾਲ ਨਾਲ ਕਾਫੀ ਜ਼ਿਆਦਾ ਸੁਧਾਰ ਕਰਨ ਦੀ ਜ਼ਰੂਰਤ ਹੈ। ਤਾਂ ਫਲੈਕਸੀਬਿਲਿਟੀ ਦੀ ਕੀ ਲੋੜ ਆ, ਅਸੀਂ ਇਹ ਕਰ ਰਹੇ ਹਾਂ ਹੁਣ। ਇਹਦੇ ਵਿੱਚ ਪਹਿਲਾ ਪੁਆਇੰਟ ਆ ਟੂ ਮੀਟ ਦਾ ਗਰੋਇੰਗ ਡਿਮਾਂਡ ਆਫ ਮਾਡਰਨਾਈਜੇਸ਼ਨ। ਉੱਭਰਦੇ ਸਮਾਜ ਵਿੱਚ ਜਿਹੜਾ ਮਾਡਰਨ ਜ਼ਮਾਨਾ ਹੈ, ਆਧੁਨਿਕੀਕਰਨ ਦਾ ਜ਼ਮਾਨਾ ਹੈ ਜਿਹੜਾ, ਉਸ ਦੀਆਂ ਰਿਕੁਆਇਰਮੈਂਟਸ ਨੂੰ ਮੀਟ ਕਰਨ ਲਈ ਜਾਂ ਮਿਲਣ ਲਈ ਜਾਂ ਉਸ ਦੀਆਂ ਡਿਮਾਂਡਾਂ ਪੂਰੀਆਂ ਕਰਨ ਲਈ ਜਿਹੜੀ ਸਿੱਖਿਆ ਪ੍ਰਣਾਲੀ ਆ ਉਸ ਦੇ ਐਗਜ਼ਾਮੀਨੇਸ਼ਨ ਸਿਸਟਮ ਵਿੱਚ ਸੁਧਾਰ ਕਰਨ ਦੀ ਲੋੜ ਹੈ। ਫਲੈਕਸੀਬਿਲਿਟੀ ਲੈ ਕੇ ਆਉਣ ਦੀ ਜ਼ਰੂਰਤ ਹੈ। ਇਹਦੇ ਵਿੱਚ ਪੁਆਇੰਟਸ ਕਰਾਂਗੇ ਅਸੀਂ ਲਿੰਕ ਅਪ ਵਿਦ ਮਲਟੀਮੀਡੀਆ ਲਰਨਿੰਗ ਟੈਕਨੀਕਸ। ਪਹਿਲੀ ਗੱਲ ਤਾਂ ਇਹ ਆ ਕਿ ਸਾਨੂੰ ਜਿਹੜੀਆਂ ਸਾਡੇ ਐਗਜ਼ਾਮੀਨੇਸ਼ਨ ਸਾਡਾ ਸਿਸਟਮ ਆ ਉਸ ਨੂੰ ਜਿਹੜਾ ਇਹ ਕੰਪਿਊਟਰਾਈਜ਼ ਕਰਨਾ ਚਾਹੀਦਾ ਹੈ। ਮਲਟੀਮੀਡੀਆ ਜਿਹੜੀ ਟੈਕਨੀਕਸ ਨੇ ਉਹਨਾਂ ਨਾਲ ਲਿੰਕ ਕਰਨਾ ਚਾਹੀਦਾ, ਉਸ ਨੂੰ ਜੋੜਨਾ ਚਾਹੀਦਾ ਹੈ ਤਾਂ ਕਿ ਜਿਹੜਾ ਨਵੇਂ ਜਿਹੜੇ ਕਨਸੈਪਟ ਨੇ ਉਹ ਕਲੀਅਰ ਹੋ ਜਾਣ ਜਾਂ ਨਵੇਂ ਜਿਹੜੀਆਂ ਟੈਕਨੀਕਸ ਨੇ ਉਹ ਬੱਚੇ ਉਹਨਾਂ ਨੂੰ ਸਿੱਖਣ ਅਤੇ ਉਹਨਾਂ ਨੂੰ ਫੋਲੋ ਕਰਨ। ਫਿਰ ਹੈਗਾ ਕੁਇਕ ਐਗਜ਼ਾਮੀਨੇਸ਼ਨ ਰਿਸਿਸਟ ਫॉर ਫੇਲਡ ਸਟੂਡੈਂਟਸ। ਤਾਂ ਸਾਡਾ ਐਗਜ਼ਾਮੀਨੇਸ਼ਨ ਸਿਸਟਮ ਕੀ ਆ ਕਿ ਜਿਹੜੇ ਫੇਲ ਸਟੂਡੈਂਟ ਨੇ ਉਹਨਾਂ ਲਈ ਜਿਹੜੀ ਪ੍ਰੀਖਿਆ ਹੁੰਦੀ ਆ, ਸਪਲੀਮੈਂਟਰੀ ਹੁੰਦੀ ਆ, ਰੀਪੀਅਰ ਹੁੰਦੀ ਆ, ਜੋ ਵੀ ਹੁੰਦਾ ਏ, ਤਾਂ ਉਹਨਾਂ ਲਈ ਸਾਲ ਜਾਂ 6 ਮਹੀਨਿਆਂ ਬਾਅਦ ਅਸੀਂ ਟੈਸਟ ਲੈ ਕੇ ਉਹਨਾਂ ਨੂੰ ਅਪੀਅਰ ਕਰਵਾ ਕੇ ਫਿਰ ਅਸੀਂ ਅੱਗੇ ਉਹਨਾਂ ਨੂੰ ਕੰਟੀਨਿਊ ਕਰ ਸਕਦੇ ਹਾਂ ਕਿ ਅੱਗੇ ਤੁਸੀਂ ਫਿਰ ਵੱਧ ਸਕਦੇ ਹੋ। ਪਰ ਇਹ ਸਿਸਟਮ ਆ ਜਿਹੜਾ, ਇਸ ਦੇ ਵਿੱਚ ਫਲੈਕਸੀਬਿਲਿਟੀ ਦੀ ਲੋੜ ਸੀ। ਇਸ ਲਈ ਜਿਹੜੇ ਐਗਜ਼ਾਮੀਨੇਸ਼ਨ ਦੇ ਵਿੱਚ ਬੱਚੇ ਰਹਿ ਜਾਂਦੇ ਨੇ, ਫੇਲ ਹੁੰਦੇ ਨੇ, ਕਿਸੇ ਕਾਰਨ ਉਹ ਜਿਹੜੇ ਨੇ ਅੱਗੇ ਨੈਕਸਟ ਅਪੀਅਰ ਨਹੀਂ ਹੋ ਸਕਦੇ, ਤਾਂ ਉਹਨਾਂ ਲਈ ਕੁਇਕ ਐਗਜ਼ਾਮੀਨੇਸ਼ਨ ਦੀ ਜ਼ਰੂਰਤ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਦੀ ਜਿਹੜੀ ਦੁਬਾਰ ਤੋਂ ਰੀ ਐਗਜ਼ਾਮੀਨੇਸ਼ਨ ਕਰਵਾ ਕੇ ਉਹਨਾਂ ਨੂੰ ਅੱਗੇ ਮੌਕੇ ਨੇ ਜਿਹੜੇ ਉਹਨਾਂ ਦੇ ਜਾਇਆ ਨਾ ਜਾਣ। ਫਿਰ ਹੈਗਾ ਫੈਲਿਸਟੇਟ ਆਫ ਅਰਲੀ ਐਂਟਰੀ ਟੂ ਹਾਇਰ ਐਜੂਕੇਸ਼ਨ। ਤਾਂ ਹੁਣ ਅਸੀਂ ਕਹਿੰਦੇ ਹਾਂ ਕਿ ਜਿਹੜੀਆਂ ਹਾਇਰ ਐਜੂਕੇਸ਼ਨ ਨੇ ਉਸ ਦੇ ਵਿੱਚ ਅਰਲੀ ਐਂਟਰੀ ਦੀ ਫੈਸਿਲਿਟੀ ਹੋਣੀ ਚਾਹੀਦੀ ਐਗਜ਼ਾਮੀਨੇਸ਼ਨ ਦੇ ਵਿੱਚ, ਤਾਂ ਹੀ ਅਸੀਂ ਮਾਡਰਨ ਜਿਹੜਾ ਜ਼ਮਾਨਾ ਹੈ ਉਹਦੇ ਨਾਲ ਰਲ ਸਕਦੇ ਹਾਂ, ਤਾਂ ਹੀ ਅਸੀਂ ਐਗਜ਼ਾਮੀਨੇਸ਼ਨ ਸਿਸਟਮ ਦੇ ਵਿੱਚ ਸੁਧਾਰ ਲੈ ਕੇ ਆ ਸਕਦੇ ਹਾਂ। ਤਾਂ ਹੁਣ ਇਹਦੇ ਵਿੱਚ ਅਸੀਂ ਕਹਾਂਗੇ ਕਿ ਸਪੋਜ਼ ਕਰੋ +2 ਆ ਜਿਹੜੀ ਜਾਂ 10th ਕਲਾਸ ਆ, ਤਾਂ ਇਹ ਜਿਹੜੀਆਂ ਕੈਰੀਅਰ ਬਿਲਡਰ ਜਿਹੜੀਆਂ ਕਲਾਸਿਸ ਨੇ ਇਹ ਅੱਗੇ ਹਾਇਰ ਐਜੂਕੇਸ਼ਨ ਵੱਲ ਨੂੰ ਲੈ ਕੇ ਜਾਂਦੀਆਂ ਨੇ ਸਾਨੂੰ। ਤਾਂ ਇੱਥੇ ਅਰਲੀ ਐਂਟਰੀ ਹੋਣੀ ਚਾਹੀਦੀ ਆ। ਜਿਵੇਂ ਅਸੀਂ ਕਹਿੰਦੇ ਹਾਂ ਕਿ ਬੋਰਡ ਦੀ ਕਲਾਸ ਆ 10th, 2 ਮਹੀਨੇ ਹੋ ਗਏ ਜੀ ਪੇਪਰ ਹੋਇਆਂ ਨੂੰ, ਉਦੋਂ ਬਾਅਦ 2 ਮਹੀਨੇ ਬੱਚੇ ਵਿਹਲੇ ਬੈਠੇ ਨੇ, ਉਸ ਤੋਂ ਬਾਅਦ ਰਿਜ਼ਲਟ ਆਊਗਾ ਜੀ, ਫਿਰ ਬੱਚੇ ਅੱਗੇ ਜਿਹੜੀ ਐਜੂਕੇਸ਼ਨ ਅੱਗੇ ਲੈ ਸਕਦੇ ਨੇ। ਤਾਂ ਇਹ ਸਿਸਟਮ ਵੀ ਚੇਂਜ ਹੋਣ ਦੀ ਜ਼ਰੂਰਤ ਆ ਤਾਂ ਕਿ ਬੱਚਿਆਂ ਨੂੰ ਫਟਾਫਟ ਨੈਕਸਟ ਕਲਾਸ ਦੇ ਵਿੱਚ ਪ੍ਰਮੋਟ ਕੀਤਾ ਜਾਵੇ। ਨੈਕਸਟ ਹੈਗਾ ਸਾਡਾ ਮੇਨ ਟੂ ਰਿਡਿਊਸ ਦਾ ਆਰਗੇਨਾਈਜੇਸ਼ਨਲ ਲੋਡ ਆਫ ਸਕੂਲਸ। ਤਾਂ ਸਕੂਲਾਂ ਦਾ ਜਿਹੜਾ ਵੀ ਪ੍ਰਬੰਧਕੀ ਜਾਂ ਸੰਸਥਾਵਾਂ ਦਾ ਜੋ ਵੀ ਲੋਡ ਆ, ਵਰਕ ਲੋਡ ਆ, ਉਸ ਨੂੰ ਘਟਾਇਆ ਜਾਵੇ। ਇਹ ਕਿਵੇਂ ਹੋ ਸਕਦਾ ਹੈ? ਐਗਜ਼ਾਮੀਨੇਸ਼ਨ ਔਨ ਡਿਮਾਂਡ। ਐਗਜ਼ਾਮੀਨੇਸ਼ਨ ਜਿਹੜੀਆਂ ਉਹ ਡਿਮਾਂਡ 'ਤੇ ਹੋਣ। ਇਹਦੇ ਵਿੱਚ ਐਗਜ਼ਾਮਪਲ ਲੈ ਸਕਦੇ ਹਾਂ ਅਸੀਂ, ਜਿਵੇਂ ਕਿ ਜੋ ਵੀ ਤੁਹਾਡਾ ਕ੍ਰਾਈਟੀਰੀਆ ਹੁੰਦਾ ਹੈ, ਚਾਹੇ ਘੰਟਿਆਂ ਦਾ ਹੋਵੇ ਕਿ ਕਿੰਨੇ ਘੰਟੇ ਕਿਹੜੇ ਸਬਜੈਕਟ ਨੂੰ ਮਿਲਣੇ ਨੇ, ਚਾਹੇ ਪੀਰੀਅਡ ਦਾ ਹੋਵੇ, ਤਾਂ ਉਹ ਕ੍ਰਾਈਟੀਰੀਆ ਜਦੋਂ ਵੀ ਪੂਰਾ ਹੋ ਗਿਆ ਤਾਂ ਉਸੇ ਟਾਈਮ ਉਸਦੀ ਜਿਹੜਾ ਪੇਪਰ ਹੋ ਜਾਣਾ ਚਾਹੀਦਾ ਹੈ। ਤਾਂ ਕਾਫੀ ਸਾਰੇ ਦੇਸ਼ਾਂ ਦਾ ਇਹ ਕ੍ਰਾਈਟੀਰੀਆ ਹੈ
ਕਿ ਜਿਹੜੇ ਜਿੰਨੇ ਘੰਟੇ ਜਿੰਨੇ ਕ੍ਰੈਡਿਟਸ ਇੱਕ ਪੇਪਰ ਦੇ ਨੇ ਉਹ ਜਦੋਂ ਵੀ ਹੋ ਗਿਆ ਪੂਰਾ ਉਹਦੇ ਘੰਟੇ ਪੂਰੇ ਹੋ ਗਏ ਤਾਂ ਉਹ ਐਗਜ਼ਾਮੀਨੇਸ਼ਨ ਪਹਿਲਾਂ ਹੋ ਜਾਣੀ ਚਾਹੀਦੀ ਆ। ਤਾਂ ਜਦੋਂ ਹੀ ਡਿਮਾਂਡ ਹੋਵੇ ਉਹਦੀ ਐਗਜ਼ਾਮੀਨੇਸ਼ਨ ਆ ਜਿਹੜੀ ਉਹ ਹੋਣੀ ਚਾਹੀਦੀ ਆ। ਫਿਰ ਹੈਗਾ ਪ੍ਰੋਵੀਜ਼ਨ ਆਫ ਔਨਲਾਈਨ ਐਗਜ਼ਾਮੀਨੇਸ਼ਨ। ਜਿਹੜੀਆਂ ਔਨਲਾਈਨ ਐਗਜ਼ਾਮੀਨੇਸ਼ਨ ਆ ਉਸ ਦਾ ਪ੍ਰੋਵੀਜ਼ਨ ਹੋਣਾ ਚਾਹੀਦਾ ਏ, ਕਿਉਂਕਿ ਇਹਦੇ ਨਾਲ ਟਾਈਮ ਜਿਹੜਾ ਹੈ ਉਹ ਸੇਵ ਹੁੰਦਾ ਏ। ਜਿਹੜਾ ਅਸੀਂ ਉੱਪਰ ਗੱਲ ਕੀਤੀ ਆ ਔਨ ਡਿਮਾਂਡ ਐਗਜ਼ਾਮੀਨੇਸ਼ਨ, ਤਾਂ ਇਹਦੇ ਕੰਡਕਟ ਵਾਸਤੇ ਵੀ ਸਾਨੂੰ ਬਹੁਤ ਜ਼ਿਆਦਾ ਐਫਰਟਸ ਨਹੀਂ ਕਰਨੇ ਪੈਂਦੇ, ਬਹੁਤ ਜ਼ਿਆਦਾ ਵਰਕਲੋਡ ਨਹੀਂ ਦੇਖਣਾ ਪੈਂਦਾ। ਤਾਂ ਔਨਲਾਈਨ ਐਗਜ਼ਾਮੀਨੇਸ਼ਨ ਦਾ ਸਿਸਟਮ ਹੋਣਾ ਚਾਹੀਦਾ ਏ। ਫਿਰ ਹੈਗਾ ਨੋਟ ਮੱਚ ਫਾਰਮੈਲਿਟੀਜ਼ ਕੰਸਰਨਿੰਗ ਐਗਜ਼ਾਮੀਨੇਸ਼ਨਸ। ਜੇ ਵਰਕਲੋਡ ਘਟਾਉਣਾ ਹੈ ਤਾਂ ਤੁਸੀਂ ਬਹੁਤ ਜ਼ਿਆਦਾ ਫਾਰਮੈਲਿਟੀਜ਼ ਨੇ ਜਿਹੜੀਆਂ ਐਗਜ਼ਾਮੀਨੇਸ਼ਨ ਦੇ ਸੰਬੰਧ ਵਿੱਚ ਉਹ ਨਹੀਂ ਹੋਣੀਆਂ ਚਾਹੀਦੀਆਂ। ਤਾਂ ਇਸ ਤਰ੍ਹਾਂ ਨਾਲ ਅਸੀਂ ਜਿਹੜਾ ਵਰਕਲੋਡ ਕਢਾ ਸਕਦੇ ਹਾਂ। ਫਿਰ ਹੈਗਾ ਕ੍ਰੀਏਟੀਵਿਟੀ ਇਨ ਐਗਜ਼ਾਮੀਨੇਸ਼ਨਸ। ਤਾਂ ਸਾਨੂੰ ਫਲੈਕਸੀਬਿਲਿਟੀ ਦੀ ਜ਼ਰੂਰਤ ਆ, ਕਿਉਂਕਿ ਅਸੀਂ ਕ੍ਰੀਏਟੀਵਿਟੀ ਲੈ ਕੇ ਆਉਣੀ ਐਗਜ਼ਾਮੀਨੇਸ਼ਨ ਦੇ ਵਿੱਚ। ਅਸੀਂ ਬੱਚਿਆਂ ਨੂੰ ਕਹਿੰਦੇ ਹਾਂ ਕਿ ਆਪਣੇ ਵਿਊਜ਼ ਦੇ ਵਿੱਚ ਤੁਸੀਂ ਕਨਸੈਪਟ ਕਲੀਅਰ ਕਰੋ। ਮੀਨਜ਼ ਜੋ ਵੀ ਤੁਹਾਤੋਂ ਸਵਾਲ ਜਿਹੜੇ ਨੇ ਐਗਜ਼ਾਮੀਨੇਸ਼ਨ 'ਚ ਪੁੱਛੇ ਜਾਂਦੇ ਨੇ, ਤੁਸੀਂ ਆਪਣੇ ਵਿਊਜ਼ ਦੇ ਅਕੋਰਡਿੰਗ ਤੁਸੀਂ ਆਨਸਰ ਦੇ ਸਕਦੇ ਹੋ। ਤੁਹਾਡੇ ਮਾਈਂਡ ਦੇ ਵਿੱਚ ਜੋ ਗੱਲਾਂ ਆਉਂਦੀਆਂ ਨੇ ਤੁਸੀਂ ਉਹਨਾਂ ਨੂੰ ਆਨਸਰ ਦੇ ਰੂਪ ਵਿੱਚ ਲਿਖ ਸਕਦੇ ਹੋ, ਪਰ ਰਿਲੇਟਡ ਆ ਜਿਹੜਾ ਉਹ ਟੌਪਿਕ ਦੇ ਨਾਲ ਹੋਣਾ ਚਾਹੀਦਾ ਹੈ। ਤਾਂ ਇਸੇ ਲਈ ਜਿਹੜੀ ਇਹ ਕ੍ਰੀਏਟੀਵਿਟੀ ਐਗਜ਼ਾਮੀਨੇਸ਼ਨ ਦਾ ਹਿੱਸਾ ਹੋਣੀ ਚਾਹੀਦੀ ਆ। ਜਿਹੜਾ ਸਾਡੇ ਕੋਲ ਹੁੰਦਾ ਕਿ ਅਸੀਂ ਰੱਟੇ ਰਟਾਏ ਕੁਐਸਚਨਾਂ ਦੇ ਆਨਸਰ ਲਿਖਦੇ ਹਾਂ, ਜਾਂ ਐਜ਼ ਬੁੱਕ ਦੇ ਵਿੱਚ ਜਿਵੇਂ ਸਾਡੇ ਕੋਲ ਪੁਆਇੰਟਸ ਦਿੱਤੇ ਨੇ ਅਸੀਂ ਐਜ਼ ਇਟ ਇਜ਼ ਲਿਖਦੇ ਹਾਂ, ਸਾਡਾ ਉਹ ਸਿਸਟਮ ਆ ਜਿਹੜਾ ਬੰਦ ਕੀਤਾ ਜਾਣਾ ਚਾਹੀਦਾ ਐਗਜ਼ਾਮੀਨੇਸ਼ਨ ਦਾ। ਫਿਰ ਹੈਗਾ ਯੂਜ਼ ਆਫ ਡਿਫਰੈਂਟ ਮੈਥਡਸ ਆਫ ਚੈਕਿੰਗ ਨੌਲੇਜ। ਤਾਂ ਨੌਲੇਜ ਨੂੰ ਚੈੱਕ ਕਰਨ ਲਈ ਅਲੱਗ-ਅਲੱਗ ਤਰੀਕੇ ਵਰਤੇ ਜਾਣੇ ਚਾਹੀਦੇ ਨੇ। ਅਸੈਸਮੈਂਟ ਦੇ ਇਵੈਲੂਏਸ਼ਨ ਦੇ ਅਲੱਗ-ਅਲੱਗ ਢੰਗ ਵਰਤੇ ਜਾਣੇ ਚਾਹੀਦੇ ਨੇ। ਇਹ ਨਹੀਂ ਕਿ ਅਸੀਂ ਇੱਕੋ ਹੀ ਤਰੀਕੇ ਨਾਲ ਜਿਹੜਾ ਇਹ ਅਸੀਂ ਨੌਲੇਜ ਚੈੱਕ ਕਰੀਏ। ਇੱਥੇ ਅਸੀਂ ਇਹ ਕਹਿ ਸਕਦੇ ਹਾਂ ਕਿ ਕੁਝ ਬੱਚੇ ਹੁੰਦੇ ਨੇ ਜਿਹੜੇ ਉਹ ਲਿਖਣ ਦੇ ਵਿੱਚ ਮਾਹਰ ਹੁੰਦੇ ਨੇ, ਕੁਝ ਸਟੂਡੈਂਟ ਹੁੰਦੇ ਨੇ ਜਿਹੜੇ ਸੁਣਾਉਣ ਦੇ ਵਿੱਚ ਮਾਹਰ ਹੁੰਦੇ ਨੇ। ਪ੍ਰੈਜੈਂਟੇਸ਼ਨ ਜਿਹੜੀ ਕਿਸੇ ਦੀ ਕਿਸੇ ਢੰਗ ਨਾਲ, ਕਿਸੇ ਦੀ ਕਿਸੇ ਢੰਗ ਦਾ, ਡਿਫਰੈਂਟ ਮੋਡਸ ਨੇ ਜਿਹੜੇ ਉਹ ਚੈਕਿੰਗ ਦੇ ਹੋਣੇ ਚਾਹੀਦੇ ਨੇ, ਜਿਹਦੇ ਨਾਲ ਬੱਚਿਆਂ ਦੀ ਓਵਰਆਲ ਇਵੈਲੂਏਸ਼ਨ ਜਿਹੜੀ ਆ ਹੋ ਸਕੇ। ਇਹ ਨਹੀਂ ਕਿ ਕੋਈ ਬੱਚਾ ਜਿਹੜਾ ਐਗਜ਼ਾਮੀਨੇਸ਼ਨ ਦੇ ਟਾਈਮ ਕਰ ਗਿਆ ਚਾਹੇ ਸਾਰਾ ਸਾਲ ਨਾ ਪੜ੍ਹੇ। ਤਾਂ ਇਸ ਤਰ੍ਹਾਂ ਨਾਲ ਨਹੀਂ ਹੋਣਾ ਚਾਹੀਦਾ। ਇਹ ਫਲੈਕਸੀਬਿਲਿਟੀ ਹੋਣੀ ਚਾਹੀਦੀ ਹੈ। ਫਿਰ ਹੈ ਟਰਾਂਸਪੇਰੈਂਟ ਕ੍ਰਾਈਟੀਰੀਆ। ਜੋ ਵੀ ਕ੍ਰਾਈਟੀਰੀਆ ਐਗਜ਼ਾਮੀਨੇਸ਼ਨ ਦਾ ਉਹ ਸਾਰੇ ਸਟੂਡੈਂਟਸ ਨੂੰ, ਪੇਰੈਂਟਸ ਨੂੰ, ਸਾਰੇ ਟੀਚਰਸ ਨੂੰ, ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਅਤੇ ਟਰਾਂਸਪੇਰੈਂਸੀ ਜਿਹੜੀ ਉਹਦੇ ਵਿੱਚ ਹੋਣੀ ਚਾਹੀਦੀ ਹੈ ਚੈਕਿੰਗ ਦੇ ਵਿੱਚ ਵੀ। ਅਤੇ ਜੋ ਵੀ ਅਸੀਂ ਐਗਜ਼ਾਮੀਨੇਸ਼ਨ ਸਿਸਟਮ ਫੋਲੋ ਕਰ ਰਹੇ ਹਾਂ, ਔਨਲਾਈਨ ਆਫਲਾਈਨ ਜੋ ਵੀ ਕਰ ਰਹੇ ਹਾਂ, ਉਹਦੇ ਵਿੱਚ ਪੂਰੀ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਫਿਰ ਹੈ ਬੈਲੈਂਸਡ ਅਪਰੋਚ ਬਿਟਵੀਨ ਸਕੋਲਸਟਿਕ ਐਂਡ ਕੋ ਸਕੋਲਸਟਿਕ ਏਰੀਆਜ਼ ਆਫ ਨੌਲੇਜ। ਤਾਂ ਜਿਹੜਾ ਸਕੋਲਸਟਿਕ ਅਤੇ ਕੋ ਸਕੋਲਸਟਿਕ ਏਰੀਆਜ਼ ਨੇ ਨੌਲੇਜ ਦੇ, ਉਹਨਾਂ ਦੇ ਵਿੱਚ ਬੈਲੈਂਸ ਹੋਣਾ ਚਾਹੀਦਾ ਅਸੈਸਮੈਂਟ ਕਰਨ ਵੇਲੇ। ਤਾਂ ਜਿਵੇਂ ਸਾਡਾ CCE ਪੈਟਰਨ ਦੀ ਐਗਜ਼ਾਮਪਲ ਦਿੰਦੀ ਹਾਂ ਮੈਂ ਹੁਣ, ਅਸੀਂ CCE ਪੈਟਰਨ ਜਿਹੜਾ ਫੋਲੋ ਕੀਤਾ ਹੋਇਆ ਤਾਂ ਉਹ ਇੱਕ ਬੈਲੈਂਸਡ ਅਪਰੋਚ ਮੰਨ ਸਕਦੇ ਹਾਂ ਅਸੀਂ ਉਸ ਨੂੰ, ਕਿਉਂਕਿ ਅਸੀਂ ਜਿਹੜੀਆਂ ਅਕੈਡਮਿਕ ਐਕਟੀਵਿਟੀਜ਼ ਨੇ ਉਹਨਾਂ ਨੂੰ ਤਾਂ ਅਸੀਂ ਇਵੈਲੂਏਟ ਕਰਦੇ ਹੀ ਕਰਦੇ ਹਾਂ। ਕੋ ਕਰੀਕੂਲਰ ਐਕਟੀਵਿਟੀਜ਼ ਨੇ ਜਿਹੜੀਆਂ ਉਹਨਾਂ ਨੂੰ ਵੀ ਅਸੀਂ ਇਵੈਲੂਏਟ ਕਰਾਂਗੇ। ਤਾਂ ਇਹਦੇ ਨਾਲ ਹਾਰਮੋਨੀਅਸ ਡਿਵੈਲਪਮੈਂਟ ਦਾ ਏਮ ਆ ਸਾਡਾ ਪੂਰਾ ਹੁੰਦਾ ਹੈ। ਫਿਰ ਲਰਨਿੰਗ ਆਊਟਕਮਸ ਮੇ ਵੀ ਸਿਸਟਮੈਟਿਕ। ਤਾਂ ਲਰਨਿੰਗ ਆਊਟਕਮਸ ਨੇ ਜਿਹੜੀਆਂ ਉਹ ਸਿਸਟਮੈਟਿਕ ਹੋਣੀਆਂ ਚਾਹੀਦੀਆਂ ਨੇ। ਜਦੋਂ ਅਸੀਂ ਜਿਹੜਾ ਕਰੀਕੂਲਮ ਆ ਸਾਡਾ ਉਹ ਸਿਸਟਮੈਟਿਕ ਹੋਊਗਾ ਤਾਂ ਐਗਜ਼ਾਮੀਨੇਸ਼ਨ ਸਿਸਟਮ ਆ ਜਿਹੜਾ ਉਹ ਸਿਸਟਮੈਟਿਕ ਸਾਨੂੰ ਕਰਨਾ ਚਾਹੀਦਾ ਹੈ, ਤਾਂ ਕਿ ਅਸੀਂ ਹਿਸਾਬ ਨਾਲ ਕਿ ਜੋ ਵੀ ਬੱਚੇ ਨੇ ਸਿੱਖਿਆ ਹੈ ਤਾਂ ਉਸ ਦਾ ਅਸੀਂ ਉਸ ਨੂੰ ਇਵੈਲੂਏਟ ਕਰ ਸਕੀਏ, ਅਸੈਸ ਕਰ ਸਕੀਏ। ਫਿਰ ਹੈ ਵੈਬ ਬੇਸਡ ਮਲਟੀਪਲ ਚੋਇਸ ਕੁਐਸਚਨਸ। ਤਾਂ ਜਿਹੜਾ ਕੁਐਸਚਨ ਨੇ ਉਹ ਵੈਬ ਬੇਸਡ ਹੋਣੇ ਚਾਹੀਦੇ ਨੇ। ਇਹ ਨਹੀਂ ਹੈਗਾ ਕਿ ਤੁਹਾਨੂੰ 8 ਸਾਲਾਂ ਤੋਂ ਪਿਛਲੇ ਉਹੀ ਸੇਮ ਕੁਐਸਚਨ ਆ ਰਹੇ ਨੇ। ਜਿਵੇਂ ਸਾਨੂੰ ਦੇਖੋ, ਤੁਸੀਂ ਵੀ ਸੁਣਿਆ ਹੋਊਗਾ ਕਿ ਬਹੁਤ ਜ਼ਿਆਦਾ ਗੱਲ ਹੁੰਦੀ ਆ ਖਾਸ ਤੌਰ 'ਤੇ ਸਰਕਾਰੀ ਸਕੂਲਾਂ ਕਾਲਜਾਂ ਦੇ ਵਿੱਚ ਕਿ 10 ਈਅਰ ਉਠਾ ਲਓ। 10 ਈਅਰ ਦੇਖੋ ਤੁਸੀਂ, 10 ਈਅਰ ਦੇ ਵਿੱਚ ਜਿਹੜੇ ਪਿਛਲੇ 10 ਸਾਲਾਂ 'ਚ ਕੁਐਸਚਨ ਆਏ ਹੋਣ ਉਹਨਾਂ ਦੇ ਵਿੱਚੋਂ ਹੀ ਪੇਪਰ ਆ ਜਾਣਾ ਹੈ। ਤਾਂ ਇਹਦਾ ਮਤਲਬ ਇਹ ਹੁੰਦਾ ਕਿ ਅਸੀਂ ਨਵੀਂ ਚੀਜ਼ ਤਾਂ ਪਾਉਂਦੇ ਹੀ ਨਹੀਂ ਬੱਚਿਆਂ ਨੂੰ।
ਤਾਂ ਨਵੀਂ ਚੀਜ਼ ਬੱਚੇ ਸਿੱਖਦੇ ਨਹੀਂ, ਨਾ ਹੀ ਨਵਾਂ ਆਨਸਰ ਦੇਣ ਦੀ ਜ਼ਰੂਰਤ ਮਹਿਸੂਸ ਕਰਦੇ ਨੇ। ਤਾਂ ਇਸ ਲਈ ਅਸੀਂ ਕਹਿੰਦੇ ਹਾਂ ਕਿ ਇਹ ਫਲੈਕਸੀਬਲ ਹੋਣਾ ਚਾਹੀਦਾ ਹੈ। ਵੈਬ ਬੇਸ ਆ ਜਿਹੜਾ ਉਹ ਮਲਟੀਪਲ ਚੋਇਸ ਕੁਐਸਚਨਸ ਨੇ ਜਿਹੜੇ ਉਹ ਵੈਬ ਬੇਸਡ ਹੋਣੇ ਚਾਹੀਦੇ ਨੇ, ਕਿਤੋਂ ਵੀ ਆ ਸਕਦੇ ਹੋਣ। ਤਾਂ ਇਹਦੇ ਨਾਲ ਸਾਡਾ ਨੌਲੇਜ ਦਾ ਏਰੀਆ ਇੰਪਰੂਵ ਹੁੰਦਾ ਹੈ ਅਤੇ ਅਸੀਂ ਅਸੈਸਮੈਂਟ ਆ ਜਿਹੜੀ ਵਧੀਆ ਢੰਗ ਨਾਲ ਕਰ ਸਕਦੇ ਹਾਂ। ਹਾਂਜੀ, ਨੀਡ ਆਫ ਫਲੈਕਸੀਬਿਲਿਟੀ ਹੈ ਜਿਹੜੀ ਉਹ ਤਾਂ ਅਸੀਂ ਕੀਤੀ ਆ। ਇਸ ਤੋਂ ਬਾਅਦ ਅਸੀਂ ਕਰਾਂਗੇ ਵਿਊਜ਼ ਆਫ ਨੇਸ਼ਨ ਫੋਕਸ ਗਰੁੱਪ 2006 NF ਜੀ ਕਹਿੰਦੇ ਹਾਂ ਅਸੀਂ ਇਹਨੂੰ। ਤਾਂ ਇਸ ਦੇ ਜਿਹੜੇ ਗਰੁੱਪ ਦੇ ਜਿਹੜੇ ਵੀ ਵਿਊਜ਼ ਨੇ ਉਹ ਅਸੀਂ ਕਰਾਂਗੇ ਇਹਦੇ ਵਿੱਚ। ਤਾਂ ਇਹ ਲੌਂਗ ਕੁਐਸਚਨ ਆ, ਇਹਦੇ ਵਿੱਚ 2 ਮੇਨ ਹੈਡਿੰਗ ਨੇ ਤੁਹਾਡੇ, ਉਹਦੇ ਵਿੱਚ ਅੰਡਰ ਹੈਡਿੰਗ ਨੇ। ਤਾਂ ਵਿਊਜ਼ ਵਾਲੇ ਹੈਡਿੰਗ ਦੇ ਵਿੱਚ ਅਸੀਂ ਕਰਾਂਗੇ, ਪਹਿਲਾਂ ਉਹਨਾਂ ਨੇ ਕਿਹੜੇ ਵਿਊਜ਼ ਦਿੱਤੇ ਨੇ ਇਸ ਗਰੁੱਪ ਨੇ, ਵੇਰੀਡ ਮੋਡਸ ਆਫ ਅਸੈਸਮੈਂਟ। ਤਾਂ ਮੋਡਸ ਆਫ ਅਸੈਸਮੈਂਟ ਨੇ ਜਿਹੜੇ ਭਿੰਨ ਹੋਣੇ ਚਾਹੀਦੇ ਨੇ, ਇੱਕੋ ਹੀ ਤਰੀਕੇ ਨਾਲ ਅਸੈਸਮੈਂਟ ਨਹੀਂ ਹੋਣੀ ਚਾਹੀਦੀ। ਇਹਦੇ ਵਿੱਚ ਇਹਨਾਂ ਨੇ ਅੱਗੇ ਗੱਲ ਕੀਤੀ ਆ CCE ਪੈਟਰਨ ਦੀ, ਕੰਟੀਨਿਊਸ ਐਂਡ ਕੰਪਰੀਹੈਂਸਿਵ ਇਵੈਲੂਏਸ਼ਨ। ਸਾਰਾ ਸਾਲ ਲਗਾਤਾਰ ਜਿਹੜੀ ਇਵੈਲੂਏਸ਼ਨ ਹੁੰਦੀ ਰਹਿਣੀ ਚਾਹੀਦੀ ਹੈ ਬੱਚਿਆਂ ਦੀ। ਇਹ ਜਿਹੜਾ CCE ਵਾਲਾ ਕੰਸੈਪਟ ਆ ਇਹਦਾ ਅਲੱਗ ਤੋਂ ਵੀ ਤੁਹਾਨੂੰ ਕੁਐਸਚਨ ਆ ਡਿਟੇਲ ਦੇ ਵਿੱਚ। ਤਾਂ ਇਹ ਤੁਹਾਨੂੰ ਕੰਸੈਪਟ ਆ ਜਿਹੜਾ ਪੂਰਾ ਅੰਡਰਸਟੈਂਡ ਹੋਣਾ ਚਾਹੀਦਾ ਹੈ। ਫਿਰ ਹੈ ਟੀਚਰਸ ਸ਼ੁੱਡ ਯੂਟੀਲਾਈਜ਼ ਦੇਅਰ ਇਨਸਾਈਟ ਇਨ ਅਸੈਸਮੈਂਟ। ਸਾਰਾ ਸਾਲ ਜਿਹੜੀ ਅਸੀਂ ਕੰਟੀਨਿਊਸ ਇਵੈਲੂਏਸ਼ਨ ਕਰਨੀ ਆ, ਤਾਂ ਉਹਦੇ ਵਿੱਚ ਅਧਿਆਪਕਾਂ ਦੀ ਜਿਹੜੀ ਸੋਚ ਆ ਉਹ ਵਧੀਆ ਹੋਣੀ ਚਾਹੀਦੀ ਆ। ਅਸੈਸਮੈਂਟ ਲਈ ਉਹ ਆਪਣੀ ਪੂਰੀ ਜਿਹੜੀ ਉਹਨਾਂ ਦੀ ਜੋ ਵੀ ਉਹਨਾਂ ਦੀ ਨੌਲੇਜ ਆ ਉਸ ਨੂੰ ਯੂਜ਼ ਕਰਨ, ਤਾਂ ਜੋ ਬੱਚੇ ਨੇ ਸਹੀ ਢੰਗ ਨਾਲ ਅਸੈਸ ਹੋ ਸਕਣ। ਕਿਉਂਕਿ ਸਾਡੇ ਕੋਲ ਸਟੂਡੈਂਟ ਨੇ ਜਿਹੜੇ ਉਹ ਇੱਕੋ ਹੀ ਤਰ੍ਹਾਂ ਦੇ ਨਹੀਂ ਹੁੰਦੇ। ਤਾਂ ਜੋ ਐਕਸਟਰਾ ਆਰਡੀਨਰੀ ਬੱਚੇ ਹੁੰਦੇ ਨੇ ਉਹਨਾਂ ਨੂੰ ਅਸੈਸ ਕਰਨਾ ਵੀ ਸਾਡਾ ਹੀ ਕੰਮ ਆ, ਅਤੇ ਜਿਹੜੇ ਬਿਲੋ ਐਵਰੇਜ ਹੁੰਦੇ ਨੇ ਉਹਨਾਂ ਨੂੰ ਅਸੈਸ ਵੀ ਅਸੀਂ ਉਹ ਕਰਨਾ। ਤਾਂ ਅਸੀਂ ਉਸ ਤਰ੍ਹਾਂ ਦੀ ਡੂੰਘੀ ਸੋਚ ਰੱਖਦੇ ਹੋਏ ਉਹਨਾਂ ਨੂੰ ਇਵੈਲੂਏਟ ਕਰਨਾ ਹੈ। ਫਿਰ ਹੈ ਟੂ ਪ੍ਰੀਵੈਂਟ ਦਾ ਅਬਿਊਜ਼ ਰਿਲੇਟਡ ਟੂ ਇੰਟਰਨਲ ਅਸੈਸਮੈਂਟ। ਫਿਰ ਇੱਕ ਇਹਨਾਂ ਨੇ ਇਹ ਸੁਜੈਸ਼ਨ ਦਿੱਤੀ ਆ ਕਿ ਜਿਹੜਾ ਵੀ ਇੰਟਰਨਲ ਅਸੈਸਮੈਂਟ ਦੇ ਵਿੱਚ ਜੋ ਵੀ ਕਹਿ ਲਓ ਘਪਲੇਬਾਜ਼ੀਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਰੋਕਣਾ ਚਾਹੀਦਾ ਹੈ। ਇੰਟਰਨਲ ਅਸੈਸਮੈਂਟ ਆ ਜਿਹੜੀ ਉਹ ਪਿਓਰਲੀ ਬੱਚੇ ਦੀ ਨੌਲੇਜ ਬੇਸਡ ਹੋਣੀ ਚਾਹੀਦੀ ਆ, ਉਸ ਦੀ ਪਰਫਾਰਮ ਬੇਸਡ ਹੋਣੀ ਚਾਹੀਦੀ ਆ, ਨਾ ਕਿ ਸਾਡੀਆਂ ਸਿਫਾਰਸ਼ਾਂ ਬੇਸਡ ਹੋਣੀ ਚਾਹੀਦੀ ਆ। ਫਿਰ ਹੈ ਡੂ ਨਾਟ ਐਕਸੈਪਟ ਐਵਰੀਥਿੰਗ ਟੂ ਐਵਰੀਬਡੀ ਇਨ ਐਵਰੀ ਸਬਜੈਕਟ। ਤਾਂ ਅਸੀਂ ਇਹ ਨਹੀਂ ਮੰਨ ਸਕਦੇ ਕਿ ਹਰੇਕ ਸਬਜੈਕਟ ਨੂੰ ਹਰੇਕ ਬੱਚਾ ਹਰੇਕ ਸਥਿਤੀ ਵਿੱਚ ਵਧੀਆ ਕਰ ਸਕਦਾ ਹੈ। ਤਾਂ ਹਰੇਕ ਸਬਜੈਕਟ ਹਰੇਕ ਬੱਚੇ ਲਈ ਨਹੀਂ ਬਣਿਆ। ਕੋਈ ਬੱਚਾ ਕਿਸੇ ਸਬਜੈਕਟ 'ਚ ਵਧੀਆ, ਕੋਈ ਕਿਸੇ ਸਬਜੈਕਟ 'ਚ। ਤਾਂ ਅਸੀਂ ਜਿਹੜਾ ਐਗਜ਼ਾਮੀਨੇਸ਼ਨ ਸਿਸਟਮ ਦੇ ਵਿੱਚ ਇਹ ਨਹੀਂ ਹੈ ਕਿ ਕੋਈ ਬੱਚਾ ਮੈਥ 'ਚ ਵਧੀਆ ਕਰ ਗਿਆ ਤਾਂ ਅਸੀਂ ਉਸੇ ਦੇ ਹਿਸਾਬ ਨਾਲ ਉਹਨੂੰ ਮਾਰਕਸ ਇੰਗਲਿਸ਼ 'ਚ ਵੀ ਦੇਵਾਂਗੇ। ਤਾਂ ਅਸੀਂ ਕੋਈ ਬੱਚਾ ਜਿਹੜਾ ਹੈ ਉਹ ਅਕੈਡਮਿਕ 'ਚ ਤਾਂ ਵਧੀਆ ਹੈ ਪਰ ਉਹ ਕੋ ਕਰਿਕੂਲਰ ਐਕਟੀਵਿਟੀਜ਼ ਦੇ ਵਿੱਚ ਨਹੀਂ ਵਧੀਆ, ਤਾਂ ਇਸ ਲਈ ਅਸੀਂ ਨਹੀਂ ਕਹਿ ਸਕਦੇ ਕਿ ਬੱਚਾ ਹੈ ਜਿਹੜਾ ਉਹ 4 ਚੁਫੇਰੇ ਹੀ ਵਧੀਆ ਹੋਊਗਾ। ਫਿਰ ਹੈ ਫਲੈਕਸੀਬਿਲਿਟੀ ਇਨ ਵੈਨ ਐਗਜ਼ਾਮਸ ਆਰ ਟੇਕਨ। ਲਚਕੀਲਾਪਨ ਹੋਣਾ ਚਾਹੀਦਾ ਜਦੋਂ ਪੇਪਰ ਹੋ ਰਹੇ ਹੋਣ। ਜਦੋਂ ਪੇਪਰ ਹੁੰਦੇ ਹੋਣ ਉਦੋਂ ਲਚਕੀਲਾਪਨ ਹੋਣਾ ਚਾਹੀਦਾ। ਇਹਦੇ ਵਿੱਚ ਵੀ ਕਾਫੀ ਸਾਰੀਆਂ ਗੱਲਾਂ ਆ ਜਾਂਦੀਆਂ ਨੇ, ਜਿਵੇਂ ਤੁਹਾਡਾ ਸਮਾਂ ਹੋ ਗਿਆ ਜਾਂ ਹੋਰ ਫਾਰਮੈਲਿਟੀਜ਼ ਹੋ ਗਈਆਂ। ਜਿਵੇਂ ਅਸੀਂ ਕਹਿ ਲਈਏ, ਵੈਸੇ ਹੁਣ ਸਾਡਾ ਐਗਜ਼ਾਮੀਨੇਸ਼ਨ ਸਿਸਟਮ ਹੈ ਜਿਹੜਾ ਬਹੁਤ ਜ਼ਿਆਦਾ ਚੇਂਜ ਹੋਇਆ ਹੋਇਆ ਹੈ। ਅਸੀਂ ਇਹਨਾਂ ਨੂੰ ਇਹ ਜੋ ਵੀ ਸਾਨੂੰ ਰਿਕੁਆਇਰਮੈਂਟ ਆ ਕੁਐਸਚਨ ਦੀ ਸੀ ਉਹਦੇ ਅਕੋਰਡਿੰਗ ਕਰ ਰਹੇ ਹਾਂ। ਤਾਂ ਇਹ ਫਲੈਕਸੀਬਿਲਿਟੀ ਆਲਰੇਡੀ ਹੈਗੀ। ਜਿਵੇਂ CBSE ਦੇ ਵਿੱਚ ਸਾਡੀ ਜਦੋਂ ਐਗਜ਼ਾਮੀਨੇਸ਼ਨਸ ਹੋ ਰਹੀਆਂ ਨੇ ਤਾਂ ਸਾਨੂੰ ਐਕਸਟਰਾ ਮੇਰੇ ਖਿਆਲ 'ਚ 15 ਮਿੰਟਸ ਮਿਲਦੇ ਨੇ, 10 to 15 ਮਿੰਟਸ ਕੁਐਸਚਨ ਪੇਪਰ ਰੀਡਿੰਗ ਦੇ। ਤਾਂ ਇਸ ਤਰ੍ਹਾਂ ਦੀ ਫਲੈਕਸੀਬਿਲਿਟੀ ਹੈ ਜਿਹੜੀ ਬਹੁਤ ਹੀ ਜ਼ਰੂਰੀ ਹੈ। ਕਿਉਂਕਿ ਪਹਿਲਾਂ ਕੀ ਸੀ ਕਿ ਸਾਡਾ 3 ਘੰਟਿਆਂ ਦਾ ਪੇਪਰ ਆ, ਤਾਂ 3 ਘੰਟਿਆਂ ਦੇ ਵਿੱਚ ਹੀ ਅਸੀਂ ਕੁਐਸਚਨ ਪੇਪਰ ਰੀਡ ਕਰਨਾ, ਉਹਦੇ ਵਿੱਚ ਹੀ ਅਸੀਂ ਆਨਸਰ ਦੇਣੇ ਨੇ, ਉਹਦੇ ਵਿੱਚ ਹੀ ਅਸੀਂ ਸਾਈਨ ਵਗੈਰਾ ਕਰਨੇ ਨੇ। ਤਾਂ ਸਾਡਾ ਟਾਈਮ ਜਿਹੜਾ ਇਹ ਲਿਮਟ ਉਹ ਘੱਟ ਜਾਂਦੀ ਸੀ। ਤਾਂ ਇਸ ਤਰ੍ਹਾਂ ਨਾਲ ਇਹ ਚੀਜ਼ ਰੱਖੀ ਗਈ ਹੈ। ਫਿਰ ਹੈ ਐਨਹੈਂਸਡ ਰਿਪੋਰਟਿੰਗ ਆਫ ਪਰਫਾਰਮੈਂਸ। ਡਿਟੇਲ ਦੇ ਵਿੱਚ ਜਿਹੜੀ ਪਰਫਾਰਮੈਂਸ ਆ ਉਸ ਦੀ ਰਿਪੋਰਟਿੰਗ ਕਰਨੀ ਚਾਹੀਦੀ ਆ।
ਇਕੱਲੀ ਇਕੱਲੀ ਗੱਲ ਆ ਜਿਹੜੀ ਬੱਚੇ ਦੀ ਉਹ ਸ਼ੋ ਆਫ ਹੋਣੀ ਚਾਹੀਦੀ ਆ। ਜਿੱਥੇ ਜਿੱਥੇ ਰਿਮਾਰਕਸ ਦੀ ਲੋੜ ਆ ਉਸ ਨੂੰ ਰਿਮਾਰਕਸ ਮਿਲਣੇ ਚਾਹੀਦੇ ਨੇ ਰਿਪੋਰਟਿੰਗ ਕਾਰਡ ਦੇ ਵਿੱਚ, DMC ਦੇ ਵਿੱਚ। ਜਿੱਥੇ ਜਿੱਥੇ ਉਸਨੇ ਵਧੀਆ ਕੀਤਾ ਏ ਤਾਂ ਉਸ ਨੂੰ ਸ਼ਾਬਾਸ਼ ਵਗੈਰਾ ਮਿਲਣੀ ਚਾਹੀਦੀ ਆ। ਇਸ ਤਰ੍ਹਾਂ ਨਾਲ ਜਿਹੜੀ ਰਿਪੋਰਟਿੰਗ ਆ ਉਹ ਵਧੀਆ ਹੋਣੀ ਚਾਹੀਦੀ ਹੈ। ਫਿਰ ਹੈ ਮਾਰਕਸ ਸ਼ੀਟ ਸ਼ੁੱਡ ਬੀ ਗਿਵਨ ਇਨ ਪਰਸੈਂਟਾਈਲ ਰੈਂਕ ਵਿਦ ਰਿਸਪੈਕਟ ਟੂ। ਪਰਸੈਂਟਾਈਲ ਰੈਂਕ ਦੇ ਵਿੱਚ ਤੁਹਾਡੀ ਮਾਰਕਸ ਸ਼ੀਟ ਕਹਿੰਦੇ ਬਣਨੀ ਚਾਹੀਦੀ ਆ, ਜਿਹਦੇ ਵਿੱਚ ਤੁਸੀਂ ਇੰਟਾਇਰ ਯੂਨੀਵਰਸ ਆਫ ਕੈਂਡੀਡੇਟ ਇਨ ਦੈਟ ਸਬਜੈਕਟ ਤੁਸੀਂ ਦੇਖ ਸਕੋ। ਜਿਵੇਂ ਸਪੋਜ਼ ਕਰੋ ਮੈਥ ਦੀ ਜਿਹੜੀ ਆ ਮਾਰਕ ਸ਼ੀਟ ਬਣ ਰਹੀ ਆ, ਤਾਂ ਮੈਥ ਦੇ ਵਿੱਚ ਪਰਸੈਂਟੇਜ ਕੀ ਆ, ਪਰਸੈਂਟਾਈਲ ਰੈਂਕ ਕੱਢਣਾ ਬੱਚੇ ਦਾ। ਅਸੀਂ ਇੱਥੇ ਕੰਟਰੀ ਦਾ ਲੈ ਲੈਂਦੇ, ਇੱਕ ਕੰਟਰੀ ਦਾ, ਫਿਰ ਇੱਕ ਬਲਾਕ ਦਾ, ਇੱਕ ਸਕੂਲ ਦਾ। ਤਾਂ ਇਸ ਤਰ੍ਹਾਂ ਨਾਲ ਬੱਚਾ ਹੈ ਜਿਹੜਾ ਉਸਦਾ ਕੰਪੈਰੀਜ਼ਨ ਹੁੰਦਾ ਏ, ਤਾਂ ਬੱਚੇ ਨੂੰ ਮੋਟੀਵੇਸ਼ਨ ਮਿਲਦੀ ਆ ਅਤੇ ਅੱਗੇ ਜਿਹੜੀ ਪਰਫੋਰਮੈਂਸ ਆ ਉਹ ਵਧੀਆ ਕਰਦਾ ਏ। ਤਾਂ ਇਸ ਤੋਂ ਬਾਅਦ ਤੁਸੀਂ ਇਸ ਦਾ ਨਿਚੋੜ ਕੱਢਣਾ ਹੈ ਕੁਐਸਚਨ ਦਾ। ਸਭ ਤੋਂ ਪਹਿਲਾਂ ਇੰਟਰੋਡਕਸ਼ਨ ਦਿਓਗੇ, ਫਿਰ 2 ਮੇਨ ਪੁਆਇੰਟ ਨੇ, ਨੀਡ ਆਫ ਫਲੈਕਸੀਬਿਲਿਟੀ ਇਨ ਐਗਜ਼ਾਮੀਨੇਸ਼ਨ ਸਿਸਟਮ ਅਤੇ ਨਿਊ ਵਿਊਜ਼ ਆਫ ਨੇਸ਼ਨ ਫੋਕਸ ਗਰੁੱਪ। ਤਾਂ ਇਸ ਤਰ੍ਹਾਂ ਨਾਲ ਇਹ ਪੁਆਇੰਟਸ ਬਣਦੇ ਨੇ ਤੁਹਾਡੇ। ਤਾਂ ਫਲੈਕਸੀਬਿਲਿਟੀ ਵਾਲਾ ਕੁਐਸਚਨ ਸਾਡਾ ਇੱਥੇ ਹੀ ਖਤਮ ਹੁੰਦਾ ਹੈ। ਅੱਗੇ ਫਿਰ ਅਗਲਾ ਨੈਕਸਟ ਲੌਂਗ ਕੁਐਸਚਨ ਕਰਾਂਗੇ। ਥੈਂਕ ਯੂ।